Hello dear students, welcome back to my YouTube channel. In this video we are going to discuss laws of photoelectric emission which are most important topic. So बच्चे पंजाब बोर्ड ਦੇ ਵਿੱਚ ਇਹ टॉपिक ਤੁਹਾਨੂੰ 2 ਮਾਰਕਸ ਦਾ ਜਾਂ ਫਿਰ 3 ਮਾਰਕਸ ਦਾ ਆ ਸਕਦਾ ਹੈ. सो बच्चे ਸੈਕੰਡ ਟਰਮ 2022 ਦੇ ਅੰਦਰ ਜੋ ਸੈਕੰਡ ਟਰਮ ਹੈ ਇਟ ਮੀਨਸ ਕਿ ਇਹ ਕੁਐਸਚਨ ਜਿਹੜਾ ਆ ਤੁਹਾਨੂੰ 2 ਮਾਰਕਸ ਦਾ ਆ ਸਕਦਾ ਹੈ. सो लास्ट वीडियो ਦੇ ਵਿੱਚ ਬੱਚੇ ਅਸੀਂ ਪੜ੍ਹ ਚੁੱਕੇ ਹਾਂ ਕਿ ਫੋਟੋ ਇਲੈਕਟ੍ਰਿਕ ਇਫੈਕਟ ਕੀ ਆ, ਐਕਸਪੈਰੀਮੈਂਟ ਕੀ ਆ, ਕਿਸ ਤਰੀਕੇ ਨਾਲ ਜਿਹੜਾ ਆ ਅਸੀਂ ਫੋਟੋਨ ਲਿਆ ਕੇ ਇੱਕ ਅਮੀਟਰ ਦੇ ਉੱਪਰ ਸੁੱਟਦੇ ਆ, ਦੈਨ ਉਹਦੇ ਵਿੱਚੋਂ ਇਲੈਕਟ੍ਰੋਨ ਜਿਹੜਾ ਆ ਅਮਿਟ ਹੋ ਜਾਂਦਾ ਆ. ਠੀਕ ਹੈ, ਸੋ ਸਾਰਾ ਐਕਸਪੈਰੀਮੈਂਟ ਅਸੀਂ ਪੜ੍ਹ ਚੁੱਕੇ ਹਾਂ. ਨਾਓ ਵੀ ਆਰ ਗੋਇੰਗ ਟੂ ਡਿਸਕਸ ਲॉज ਕੀ ਕਿੱਦਾਂ ਹੁੰਦਾ ਆ, ਕੀ ਹੁੰਦਾ ਆ ਜਾਂ ਕੀ ਚੀਜ਼ਾਂ ਆ. ਸੋ ਬੱਚੇ ਸਭ ਤੋਂ ਪਹਿਲਾਂ ਫਰਸਟ ਪੁਆਇੰਟ ਲਿਖੋ, ਦ ਐਮਿਸ਼ਨ ਆਫ ਫੋਟੋ ਇਲੈਕਟ੍ਰੋਨ, the emission of photo electrons. बच्चे फोटो इलैक्ट्रॉन्स की चीज़ आ ਜਦੋਂ ਨੰਬਰ ਆਫ ਇਲੈਕਟ੍ਰੋਨਸ ਮੈਟਲ ਦੇ ਵਿੱਚੋਂ ਬਾਹਰ ਨਿਕਲਦੇ ਆ, ਸੋ ਕਰੰਟ ਪ੍ਰੋਡਿਊਸ ਕਰਦੇ ਆ. ਸੋ ਉਹਨਾਂ ਉਸ ਕਰੰਟ ਨੂੰ ਅਸੀਂ ਫੋਟੋ ਇਲੈਕਟ੍ਰੋਨ ਜਾਂ ਫੋਟੋ ਇਲੈਕਟ੍ਰਿਕ ਕਰੰਟ ਬੋਲ ਦਿੰਦੇ ਆ. ਹੁਣ ਇਹਨਾਂ ਨੇ ਕਿਹਾ ਐਮਿਸ਼ਨ ਆਫ ਫੋਟੋ ਇਲੈਕਟ੍ਰੋਨਸ, ਇਹਦਾ ਮਤਲਬ ਜਿੰਨੇ ਇਲੈਕਟ੍ਰੋਨਸ ਬਾਹਰ ਨਿਕਲ ਗਏ takes place जिन्ने इलेक्ट्रॉन बाहर निकल गए only when the frequency of ਕਿਹੜੀ frequency ਜਦੋਂ ਅਸੀਂ ਕੋਈ particular frequency ਜਿਹੜੀ ਆ incident ਕੀਤੀ, when a frequency of incident radiation is frequency of incident radiation is, ਹੁਣ ਬੱਚੇ ਕੋਈ ਨਾ ਕੋਈ ਇਨਸੀਡੈਂਟ ਰੇਡੀਏਸ਼ਨ ਹੋਏਗੀ, ਕਿਹਦੇ ਤੋਂ ਜ਼ਿਆਦਾ ਹੋਏਗੀ. ਜਦੋਂ ਬੱਚੇ ਅਸੀਂ ਲਾਸਟ ਵੀਡੀਓ ਦੇ ਵਿੱਚ ਪੜ੍ਹਿਆ ਕਿ ਆਹ ਮੈਟਲ ਸੀ ਸਾਡੀ, ਅਸੀਂ ਇਹਦੇ ਉੱਤੇ ਲਾਈਟ ਫਾਲ ਕਰਵਾਉਣੀ ਸ਼ੁਰੂ ਕਰ ਦਿੱਤੀ. ਸੋ ਲਾਈਟ ਫਾਲ ਕਰਵਾਈ. ਲਾਸਟ ਵੀਡੀਓ ਦੇ ਵਿੱਚ ਮੈਂ ਐਗਜ਼ਾਮਪਲ ਦਿੱਤਾ ਸੀ ਕਿ ਮੰਨ ਲਓ ਕਿ ਦਿਸ ਇਜ਼ 4 ਇਲੈਕਟ੍ਰੋਨ ਵੋਲਟ, ਜਿਹੜੀ ਇਹਦੀ એનર્ਜੀ ਆ ਉਹ 4 ਇਲੈਕਟ੍ਰੋਨ ਵੋਲਟ ਆ. ਇਟ ਮੀਨਸ ਕਿ ਜਦੋਂ ਤੱਕ ਤੁਸੀਂ 4 ਇਲੈਕਟ੍ਰੋਨ ਤੋਂ ਘੱਟ એનર્ਜੀ ਦਵੋਗੇ ਤਾਂ ਕੋਈ ਵੀ ਫ੍ਰੀ ਇਲੈਕਟ੍ਰੋਨ ਇਸ ਸਰਫੇਸ ਦੇ ਉੱਪਰੋਂ ਬਾਹਰ ਨਹੀਂ ਨਿਕਲੇਗਾ. ਜਿੱਦਾਂ ਹੀ ਤੁਸੀਂ ਇਹ ਤੋਂ ਥੋੜੀ ਜਿਹੀ ਅਬਵ ਦਿੰਨੇ 4.4 4.5 ਜਾਂ ਕੁਛ ਵੀ ਦਿੰਨੇ ਆ ਗ੍ਰੇਟਰ ਦੈਨ 4, ਤਾਂ ਜਿਹੜੇ ਫ੍ਰੀ ਇਲੈਕਟ੍ਰੋਨਸ ਹੋਣਗੇ ਇਸ ਸਰਫੇਸ ਦੇ ਉੱਪਰ ਉਹ ਬਾਹਰ ਨਿਕਲ ਜਾਣਗੇ. ਠੀਕ ਆ, ਸੋ ਕਿਹੜੀ ਆ ਜਿਹੜੀ 4 ਇਲੈਕਟ੍ਰੋਨ ਵੋਲਟ, ਇਹਦਾ ਮਤਲਬ ਦਿਸ ਇਜ਼ ਦ ਥ੍ਰੈਸ਼ਹੋਲਡ ਫ੍ਰੀਕੁਐਂਸੀ. ਤੁਹਾਨੂੰ ਘੱਟੋ ਘੱਟ ਫ੍ਰੀਕੁਐਂਸੀ ਕਿੰਨੀ ਚਾਹੀਦੀ ਆ? 4 ਤੋਂ ਜ਼ਿਆਦਾ ਚਾਹੀਦੀ ਆ. ਸੋ that is the threshold frequency. So ਅਸੀਂ ਉਹੀ definition ਦੇ ਅੰਦਰ ਲਿਖਣ ਜਾ ਰਹੇ ਹਾਂ, the emission of photoelectrons. Photoelectron ਉਦੋਂ ਹੀ takes place ਕਰਨਗੇ ਜਦੋਂ when only the frequency of incident radiation is above the threshold frequency. Above the threshold frequency, ਜਦੋਂ threshold frequency ਦੇ ਨਾਲੋਂ greater ਹੋਏਗੀ, ਚਾਹੇ above ਲਿਖ ਲਓ ਚਾਹੇ greater ਲਿਖ ਲਓ, from the metal, ਜਦੋਂ ਕਿ ਮੈਟਲ ਦੀ ਥ੍ਰੈਸ਼ਹੋਲਡ ਫ੍ਰੀਕੁਐਂਸੀ ਤੋਂ ਜ਼ਿਆਦਾ ਹੋਏਗੀ ਤਦ ਹੀ ਇਲੈਕਟ੍ਰੋਨਸ ਜਿਹੜੇ ਆ ਸਰਫੇਸ ਤੋਂ ਬਾਹਰ ਨਿਕਲਣਗੇ. ਉਸ ਟਾਈਮ ਹੀ ਜਿਹੜਾ ਆ ਫੋਟੋ ਇਲੈਕਟ੍ਰੋਨ ਟੇਕਸ ਪਲੇਸ ਕਰਨਗੇ. ਸੋ ਥ੍ਰੈਸ਼ਹੋਲਡ ਫ੍ਰੀਕੁਐਂਸੀ ਦਾ ਬੇਸਿਕਲੀ ਮਤਲਬ ਕੀ ਆ? ਮਿਨੀਮਮ એનર્ਜੀ ਰਿਕੁਆਇਰਡ ਟੂ ਇਜੈਕਟ ਦ ਇਲੈਕਟ੍ਰੋਨ. ਥ੍ਰੈਸ਼ਹੋਲਡ ਫ੍ਰੀਕੁਐਂਸੀ ਦਾ ਮਤਲਬ ਕੀ ਆ? ਮਿਨੀਮਮ એનર્ਜੀ. ਬੱਚੇ ਐਰੋ ਪਾ ਕੇ ਲਿਖ ਰਹੀ ਹਾਂ ਸਿਰਫ ਸਮਝਾਉਣ ਦੇ ਲਈ, ਤੁਸੀਂ ਆਪਣੇ ਨੋਟਸ ਤੇ ਪੈਨਸਿਲ ਦੇ ਨਾਲ ਲਿਖ ਸਕਦੇ ਆ ਜਾਂ ਅਲੱਗ ਕਲਰ ਦੇ ਨਾਲ ਲਿਖ ਸਕਦੇ ਆ, ਪਰ ਇਹਨੂੰ ਫੇਅਰ ਨੋਟਬੁੱਕ ਦੇ ਵਿੱਚ ਨਾ ਲਿਖਣਾ, ਮਤਲਬ ਕਿ ਪੇਪਰ ਦੇ ਅੰਦਰ ਨਾ ਲਿਖ ਕੇ ਆ ਜਾਣਾ. ਮਿਨੀਮਮ એનર્ਜੀ ਆ ਰਿਕੁਆਇਰਡ ਟੂ ਇਜੈਕਟ ਜਾਂ ਅਮਿਟ ਇਲੈਕਟ੍ਰੋਨਸ. ਸੋ ਇਲੈਕਟ੍ਰੋਨ ਨੂੰ ਬਾਹਰ ਨਿਕਾਲਣ ਦੇ ਲਈ ਘੱਟੋ ਘੱਟ ਮਿਨੀਮਮ એનર્ਜੀ ਆ. ਕਲੀਅਰ ਹੋ ਗਿਆ? ਸੋ ਇੱਕ ਵਾਰੀ ਦੁਬਾਰਾ ਫਸਟ ਪੁਆਇੰਟ ਰਿਵਾਈਜ਼ ਕਰਦੇ ਹਾਂ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੇ ਚਲਦੇ ਹੀ ਜਿਹੜੇ ਆ ਪੂਰਾ ਲਾਅ ਯਾਦ ਹੋ ਜਾਵੇ. ਜਿੱਦਾਂ ਹੀ ਵੀਡੀਓ ਕੰਪਲੀਟ ਹੋਏਗੀ, ਲੈਕਚਰ ਓਵਰ ਹੋਏਗਾ, ਤਾਂ ਪਲੀਜ਼ ਆਪਣੀ ਕਾਪੀ ਦੇ ਉੱਪਰ ਇਹਨਾਂ ਨੂੰ ਲਿਖ ਕੇ ਦੇਖਣਾ. ਜਿੰਨਾ ਸਮਝ ਲੱਗਿਆ ਉਹਨਾਂ ਲਿਖ ਕੇ ਦੇਖਣਾ ਤਾਂ ਕਿ ਤੁਹਾਡੀ ਪ੍ਰੈਕਟਿਸ ਬਹੁਤ ਅੱਛੇ ਤਰੀਕੇ ਨਾਲ ਹੋ ਜਾਵੇ. ਧਿਆਨ ਨਾਲ ਦੇਖ ਲਓ ਬੱਚੇ, ਇੱਕ ਮੈਟਲ ਦੇ ਵਿੱਚੋਂ ਉਦੋਂ ਹੀ ਇਲੈਕਟ੍ਰੋਨਸ ਬਾਹਰ ਨਿਕਲਣਗੇ ਜਦੋਂ ਉਹਦੀ ਫ੍ਰੀਕੁਐਂਸੀ ਥ੍ਰੈਸ਼ਹੋਲਡ ਫ੍ਰੀਕੁਐਂਸੀ ਨਾਲੋਂ ਜ਼ਿਆਦਾ ਹੋਏਗੀ. ਇੰਨੀ ਗੱਲ ਕਲੀਅਰ ਹੋ ਗਈ?
the emission of photoelectron takes place only when the frequency of incident radiation must be greater than threshold frequency from the metal. उस metal ਦੀ threshold frequency ਨਾਲੋਂ ज़्यादा होएगी। फर्स्ट पॉइंट बच्चे सब नू लर्न हो गया अच्छे तरीके ना। सो बच्चे इहदा मतलब इहदा एक ग्राफ बनेगा। तुसी आ वाली डायग्राम किसी ने नहीं बनानी है, समझाने के लिए बनाई सी। हुण जो तुसी इहदे नाल ग्राफ बनाना राजे इस तरीके नाल हो सकता 1 मार्क्स तक दे ग्राफ पूछ लिया जाए, अदरवाइज पंजाब बोर्ड दे विच ग्राफ घट पूछे जाते हैं। सो इधर की है थोड़ी फ्रीकुएंसी, इधर लिख दिता म्यू या लिख लो इत्थे फ्रीकुएंसी, दिस इज फ्रीकुएंसी। और इधर असी लगा रहे हैं स्टॉपिंग पोटेंशियल दैट इज़ V0। इहदा मतलब जदों आ मैटल सी तां तुसी एनर्जी कितनी दी 3 इलैक्ट्रॉन वोल्ट, जद कि एनर्जी इहदी कितनी सी 4 इलैक्ट्रॉन वोल्ट। सो सानू घट्टो घट्ट मतलब कि 4 नालों ज़्यादा चाहिए सी, मतलब कोई इलैक्ट्रॉन जो असी 1 दिता उदों भी कोई इलैक्ट्रॉन नहीं निकलिया, 2 एनर्जी दी उदों भी कोई इलैक्ट्रॉन नहीं निकलिया, 3 दी उदों भी कोई नहीं निकलिया। जिद्दां ही 4 तो अबव दी, मान लो असी 4.1 दी तो थोड़ा जिहा इलैक्ट्रॉन जिहड़ा आ बाहर निकल गए, जिद्दां ही 5 दी होर बाहर निकल गए इलैक्ट्रॉन्स। सो इहदा मतलब इस तरीके ना जिद्दां जिद्दां तुसी एनर्जी होर दिंदे जाओगे तुहाडा जिहड़ा बिल्कुल स्ट्रेट ग्राफ बन जाएगा। सो बच्चे स्केल लेना, बिल्कुल स्ट्रेट ग्राफ प्लॉट कर देना। क्लियर हो गया जी? आ सी बच्चे थोड़ी फर्स्ट जिहड़ी आ पॉइंट दा ग्राफ। क्लियर हो गया बच्चे ग्राफ की आ जिद्दां जिन्नी ज़्यादा तुसी फ्रीकुएंसी दोगे उन्ने ज़्यादा जिहड़े आ इलैक्ट्रॉन्स बाहर निकलणगे। डन। सो हुण आ जाओ बच्चे सैकेंड पॉइंट दे उपर। सो सैकेंड पॉइंट हुण इस लॉ दा फोटो इलैक्ट्रिक एमिशन दा सैकेंड लॉ की आ, द एमिशन ऑफ फोटो इलैक्ट्रॉन स्टार्ट्स the emission of photoelectrons starts कदों स्टार्ट हो जाएंगे? as soon as लाइट फॉल्स, जिद्दां ही उहदे उपर लाइट असी फॉल करावांगे नाल लगदे जिहड़े आ मैटल दे विचों इलैक्ट्रॉन्स बाहर निकल जाएंगे मैटल सरफेस। बट याद रखना जिहड़ी भी असी लाइट फॉल करावांगे वो सफिशिएंट फ्रीकुएंसी होनी चाहिए आ, थ्रैशहोल्ड फ्रीकुएंसी तो ज़्यादा होनी चाहिए आ, तद ही इलैक्ट्रॉन्स बाहर निकलणगे। सो सैकेंड लॉ की आ, जिद्दां ही असी 4 तो बाद 5 इलैक्ट्रॉन वोल्ट एनर्जी दित्ती नाल लगदी इमिशन स्टार्ट हो जाएगी फोटो इलैक्ट्रॉन्स दी। कदों स्टार्ट होएगी? एज सुन एज द लाइट फॉल्स ऑन अ मैटल, जिद्दां ही असी मैटल दे उत्ते लाइट फॉल करवाई। डन। हुण आ जाओ राजे थर्ड पॉइंट दे उपर। छोटे छोटे पॉइंट्स आ, ठीक है। थोड़ी बच्चे बुक्स दे विच हो सकदा थोड़ियां लेंथी लाइनस लिखियां होण क्योंकि 2 मार्क्स का क्वेश्चन आएगा। सानू बहुत ज़्यादा थ्योरी लर्न करन दी जरूरत नहीं है, असी मेन पॉइंट्स ही लिखांगे क्योंकि ऑलरेडी बच्चे 4 पॉइंट्स तो सीधे ही है, लॉज 4 लॉज सीधे ही आ, ज़्यादा एक्सप्लेनेशन की जरूरत नहीं है क्योंकि असी नाल दी नाल ग्राफ जिहड़े आ प्लॉट कर रहे हैं। सो 2 मार्क्स अगर इन्ना लिख के आने तो 100% आ, 2 चो अद्धा नंबर भी नहीं कटिया जाता। थर्ड आ जाओ, द नंबर ऑफ फोटो इलैक्ट्रॉन्स द नंबर ऑफ फोटो इलैक्ट्रॉन्स हुण की आ कहंदे नंबर ऑफ फोटो इलैक्ट्रॉन्स अमिट करनगे, अमिटेड फ्रॉम द मैटल किसी मैटल दे विचों नंबर ऑफ फ्री इलैक्ट्रॉन्स अमिट करनगे किते डिपेंड करदा। ये चीज़ बच्चे किसी ना किसी ते तो डिपेंड करती होएगी। डिपेंड्स अपॉन ओनली ऑन द इंटेंसिटी ऑफ इंसिडेंट लाइट, इंसिडेंट लाइट इंटेंसिटी ऑफ इंसिडेंट लाइट। सो ध्यान नाल देख लो राजे, द नंबर ऑफ फोटो इलैक्ट्रॉन्स कहते नंबर ऑफ फोटो इलैक्ट्रॉन्स किसी भी मैटल दे जदों मैटल चो इजैक्ट करते आ बाहर निकलते आ तो डिपेंड करते ओनली ऑन किहड़ी चीज़ ते इंटेंसिटी ऑफ इंसीडेंट लाइट। इंसीडेंट लाइट की जिहड़ी आ इंटेंसिटी आ वो किद्दां दी आ, इंटेंसिटी ज़्यादा होएगी
ਤਾਂ ਜ਼ਿਆਦਾ ਬਾਹਰ ਨਿਕਲਣਗੇ। ਹੁਣ ਅੱਛਾ ਬੱਚੇ ਇੰਟੈਂਸਿਟੀ ਕੀ ਚੀਜ਼ ਆ? ਮੰਨ ਲਓ ਸਿੰਪਲ ਪੰਜਾਬੀ ਭਾਸ਼ਾ 'ਚ ਸਮਝਾਉਣ ਲੱਗੀ ਹਾਂ। ਮੰਨ ਲਓ ਤੁਸੀਂ ਹੁਣ ਇਹਨੂੰ ਫਿਜ਼ਿਕਸ ਦੇ ਨਾਲ ਰਿਲੇਟ ਕਰਕੇ ਦੇਖ ਲਓ ਜਾਂ ਜਿੱਦਾਂ ਵੀ ਆ, ਸਮਝਾਉਣ ਦੇ ਲਈ ਦੱਸ ਰਹੀ ਹਾਂ ਰਾਜੇ। ਮੰਨ ਲਓ ਇੱਕ ਬੱਲਬ ਇੱਥੇ ਔਨ ਕਰ ਦਿੱਤਾ, ਮੈਂ ਇੱਥੇ ਇੱਕ ਬੱਲਬ ਔਨ ਕੀਤਾ ਤਾਂ ਜਿਹੜੀ ਇਸ ਮੈਟਲ ਦੇ ਉੱਪਰ ਇੱਕ ਬੱਲਬ ਦੀ ਲਾਈਟ ਫਾਲ ਕਰਾ ਰਿਹਾ, ਇਹਦਾ ਮਤਲਬ ਇੰਟੈਂਸਿਟੀ ਇੰਨੀ ਆ। ਹੁਣ ਕੀ ਕੀਤਾ, ਮੈਂ ਇੱਥੇ 2 ਬੱਲਬ ਲਗਾਤੇ, ਇਹਦਾ ਮਤਲਬ ਇੰਟੈਂਸਿਟੀ ਵੱਧ ਗਈ। ਫਿਰ ਮੈਂ 3 ਬੱਲਬ ਲਗਾਤੇ, ਇਹਦਾ ਮਤਲਬ ਹੋਰ ਇੰਟੈਂਸਿਟੀ ਵੱਧ ਗਈ। ਇਹਦਾ ਮਤਲਬ ਜਿੰਨੀ ਜ਼ਿਆਦਾ ਇੰਟੈਂਸਿਟੀ ਇਨਕਰੀਜ਼ ਹੁੰਦੀ ਜਾਏਗੀ ਇਨਸੀਡੈਂਟ ਲਾਈਟ ਦੀ, ਉਨੇ ਜ਼ਿਆਦਾ ਫੋਟੋ ਇਲੈਕਟ੍ਰੋਨਸ ਬਾਹਰ ਜਾਈ ਜਾਣਗੇ। ਕਲੀਅਰ ਹੋ ਗਿਆ ਇੰਟੈਂਸਿਟੀ ਦਾ ਮਤਲਬ ਕੀ ਹੈ? ਇੱਥੇ ਇੰਟੈਂਸਿਟੀ ਦਾ ਮਤਲਬ ਆ ਅਸੀਂ ਉਹਦੀ ਸਟਰੈਂਥ ਨੂੰ ਇਨਕਰੀਜ਼ ਕਰ ਰਹੇ ਹਾਂ, ਲਾਈਟ ਦੀ ਸਟਰੈਂਥ ਨੂੰ ਇਨਕਰੀਜ਼ ਕਰ ਰਹੇ ਹਾਂ। ਐਂਡ independent of its frequency ਤੇ ਡਿਪੈਂਡ ਨਹੀਂ ਕਰਦਾ ਕਿ ਫ੍ਰੀਕੁਐਂਸੀ ਕਿੱਦਾਂ ਦੀ ਤੁਸੀਂ ਦੇ ਰਹੇ ਆ, ਸਿਰਫ ਇੰਟੈਂਸਿਟੀ ਤੇ ਡਿਪੈਂਡ ਕਰਦਾ। ਸੋ ਬੱਚੇ ਇਹਦਾ ਗ੍ਰਾਫ ਕਿੱਦਾਂ ਦਾ ਬਣੇਗਾ? x ਐਕਸਿਸ ਔਰ y ਐਕਸਿਸ ਲੈ ਲਓ, ਇੱਕ ਪਾਸੇ ਲਿਖ ਲਓ ਫੋਟੋ ਕਰੰਟ, ਬੱਚੇ ਇੱਧਰੋਂ ਲਿਖ ਲਓ ਫੋਟੋ ਕਰੰਟ। ਕਿੱਦਾਂ ਦਾ ਫੋਟੋ ਕਰੰਟ ਹੋਏਗਾ? ਉੱਪਰ ਵਾਲੀ ਸਾਈਡ ਤੇ ਦਿਸ ਇਜ਼ ਲਾਈਟ ਆਫ ਇੰਟੈਂਸਿਟੀ, ਲਾਈਟ ਆਫ ਇੰਟੈਂਸਿਟੀ। ਡਨ। ਸੋ ਜਿੱਦਾਂ ਹੀ ਤੁਸੀਂ ਲਾਈਟ ਫਾਲ ਕਰਵਾਈ ਇਮੀਡੀਏਟਲੀ ਜਿਹੜੇ ਇਲੈਕਟ੍ਰੋਨਸ ਬਾਹਰ ਨਿਕਲਣੇ ਸਟਾਰਟ ਹੋ ਗਏ ਤਾਂ ਗ੍ਰਾਫ ਜਿਹੜਾ ਆ ਰਾਜੇ ਤੁਹਾਡਾ ਬਿਲਕੁਲ ਸਟ੍ਰੇਟ ਬਣ ਜਾਏਗਾ, ਗ੍ਰਾਫ ਤੁਹਾਡਾ ਬਿਲਕੁਲ ਸਟ੍ਰੇਟ ਹੋਏਗਾ। ਕਲੀਅਰ ਹੋ ਗਿਆ? ਸੋ ਬੱਚੇ ਸਕੇਲ ਲੈ ਲੈਣਾ ਔਰ ਬਿਲਕੁਲ ਸਟ੍ਰੇਟ ਲਾਈਨ ਜਿਹੜੀ ਆ ਪਲਾਟ ਕਰ ਦੇਣਾ। ਕਲੀਅਰ ਹੋ ਗਿਆ ਜੀ? ਸੋ ਬੱਚੇ ਥਰਡ ਪੁਆਇੰਟ ਸਭ ਨੂੰ ਲਰਨ ਹੋ ਗਿਆ। ਨੰਬਰ ਆਫ ਫੋਟੋ ਇਲੈਕਟ੍ਰੋਨਸ ਉਦੋਂ ਹੀ ਇਮਿਟ ਕਰਨਗੇ ਕਿਸੇ ਵੀ ਮੈਟਲ ਦੇ ਉੱਪਰੋਂ ਜਦੋਂ ਉਹ ਡਿਪੈਂਡ ਕਰਦਾ ਹੋਏਗਾ ਸਿਰਫ ਔਰ ਸਿਰਫ ਇੰਟੈਂਸਿਟੀ ਦੇ ਉੱਪਰ, ਜਦ ਕਿ ਫ੍ਰੀਕੁਐਂਸੀ ਦੇ ਇੰਡੀਪੈਂਡੈਂਟ ਆ। ਫ੍ਰੀਕੁਐਂਸੀ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ, ਮਤਲਬ ਕੀ ਆ ਵੀ ਕਿੰਨੀ ਇੰਟੈਂਸਿਟੀ ਆਫ ਲਾਈਟ ਜਿਹੜੀ ਆ ਅਸੀਂ ਉਹਦੇ ਉੱਤੇ ਫਾਲ ਕਰਵਾ ਰਹੇ ਹਾਂ। ਡਨ। ਸੋ ਬੱਚੇ ਹੋ ਗਿਆ ਸਭ ਨੂੰ ਆ ਚੀਜ਼ ਕਲੀਅਰ। ਹੁਣ ਆ ਜਾਓ ਫੋਰਥ ਪੁਆਇੰਟ ਤੇ। ਬੱਚੇ ਆਹ ਪੁਆਇੰਟਸ ਨੂੰ ਅੱਛੀ ਤਰੀਕੇ ਨਾਲ ਲਰਨ ਕਰ ਲੈਣਾ ਕਿਉਂਕਿ ਇਹਦੇ ਨਾਲ ਦੇ 1 ਔਰ 2 ਮਾਰਕਸ ਦੇ ਕੁਐਸਚਨ ਘੁਮਾ ਫਿਰਾ ਕੇ ਵੀ ਆਉਂਦੇ ਆ, ਕਿਉਂਕਿ 2 ਮਾਰਕਸ ਦਾ ਕੁਐਸਚਨ ਆਏਗਾ। ਸੋ ਕਾਫੀ ਕੁਐਸਚਨਸ ਬੱਚੇ ਇਸ ਲॉज ਦੇ ਅੰਦਰੋਂ ਬਣ ਜਾਂਦੇ ਆ। ਨੈਕਸਟ ਲਿਖੋ ਦ ਮੈਕਸਿਮਮ ਕਾਈਨੈਟਿਕ એનર્ਜੀ, ਜਿਹੜੀ ਮੈਕਸਿਮਮ ਕਾਈਨੈਟਿਕ એનર્ਜੀ ਹੁੰਦੀ ਆ ਵਿਦ ਵਿਚ ਫੋਟੋ ਇਲੈਕਟ੍ਰੋਨਸ are emitted from a metal surface, are emitted from a metal surface। ਜਦੋਂ ਕਿਸੇ ਮੈਟਲ ਸਰਫੇਸ ਦੇ ਵਿੱਚੋਂ ਕੋਈ ਇਲੈਕਟ੍ਰੋਨ ਬਾਹਰ ਨਿਕਲਦਾ ਆ ਦੈਨ ਕੀ ਹੁੰਦਾ ਆ? ਧਿਆਨ ਨਾਲ ਸਮਝ ਲਓ। ਕਹਿੰਦੇ ਜਿਹੜੀ ਮੈਕਸਿਮਮ ਕਾਈਨੈਟਿਕ એનર્ਜੀ ਆ ਵਿਦ ਵਿਚ ਫੋਟੋ ਇਲੈਕਟ੍ਰੋਨਸ ਆਰ ਐਮਿਟਡ। ਮੰਨ ਲਓ ਆ ਤੁਹਾਡੀ ਮੈਟਲ ਸਰਫੇਸ ਸੀਗੀ, ਅਸੀਂ ਜਿਹੜਾ ਆ ਲਾਈਟ ਫਾਲ ਕਰਵਾਈ, ਠੀਕ ਹੈ, ਤਾਂ ਕੋਈ ਇਲੈਕਟ੍ਰੋਨ ਜਿਹੜਾ ਬਾਹਰ ਨਿਕਲ ਗਿਆ ਤਾਂ ਮਤਲਬ ਇਸ ਇਲੈਕਟ੍ਰੋਨ ਦੀ ਕੋਈ ਨਾ ਕੋਈ ਤਾਂ ਕਾਈਨੈਟਿਕ એનર્ਜੀ ਹੋਏਗੀ ਜਦੋਂ ਇਹ ਬਾਹਰ ਨਿਕਲਿਆ। ਸੋ ਕਿੰਨੀ એનર્ਜੀ ਨਾਲ ਨਿਕਲਿਆ, ਕਿਹੜੀ ਕਿਹੜੀ ਚੀਜ਼ ਤੇ ਡਿਪੈਂਡ ਕਰਦੀ ਆ? ਜਿਹੜੀ ਆ ਕਾਈਨੈਟਿਕ એનર્ਜੀ ਆ ਕਿਸ ਚੀਜ਼ ਤੇ ਡਿਪੈਂਡ ਕਰਦੀ ਆ? ਦ ਮੈਕਸਿਮਮ ਕਾਈਨੈਟਿਕ એનર્ਜੀ ਵਿਦ ਵਿਚ ਫੋਟੋ ਇਲੈਕਟ੍ਰੋਨਸ ਆਰ emitted from a metal surface depends upon, ਲਿਖ ਲਓ ਹੁਣ ਕਿਹੜੀ ਕਿਹੜੀ ਚੀਜ਼ ਤੇ ਡਿਪੈਂਡ ਕਰਦੀ ਆ? depends upon number 1 the frequency of incident light। so incident light ਦੀ frequency ਦੇ ਉੱਪਰ ਡਿਪੈਂਡ ਕਰਦੀ ਆ। ਸੋ ਨੰਬਰ 1 ਕੀ ਆ ਜਾਂ A ਪੁਆਇੰਟ ਲਿਖ ਲਓ, frequency of incident light ਤੇ ਡਿਪੈਂਡ ਕਰਦੀ ਆ। ਐਂਡ independent of its intensity, ਤਾਂ ਇੰਟੈਂਸਿਟੀ ਨਾਲ ਕੋਈ ਮਤਲਬ ਨਹੀਂ। ਕਲੀਅਰ ਹੋ ਗਿਆ? ਸੋ ਬੱਚੇ ਥਰਡ ਐਂਡ ਫੋਰਥ ਪੁਆਇੰਟ ਦੇ ਵਿੱਚ ਬਿਲਕੁਲ ਵੀ ਕਨਫਿਊਜ਼ ਨਹੀਂ ਹੋਣਾ। ਥਰਡ ਪੁਆਇੰਟ ਦੇ ਵਿੱਚ ਕੀ ਸੀ? ਇਸ ਮੈਟਲ ਸਰਫੇਸ ਦੇ ਉੱਪਰ ਜਦੋਂ ਅਸੀਂ ਲਾਈਟ ਫਾਲ ਕਰਵਾ ਰਹੇ ਹਾਂ ਤਾਂ ਕਹਿੰਦੇ ਉਨੇ ਹੀ ਨੰਬਰ ਆਫ ਇਲੈਕਟ੍ਰੋਨਸ ਬਾਹਰ ਨਿਕਲਣਗੇ। ਕਿੰਨੇ ਨੰਬਰ ਆਫ? 2 ਇਲੈਕਟ੍ਰੋਨ ਬਾਹਰ ਨਿਕਲ ਰਿਹਾ, 3 ਨਿਕਲ ਰਿਹਾ, 4 ਨਿਕਲ ਰਿਹਾ, 5, ਕਿੰਨੇ ਇਲੈਕਟ੍ਰੋਨਸ ਬਾਹਰ ਨਿਕਲਦੇ ਆ? ਇਹ ਕਿਹੜੀ ਚੀਜ਼ ਤੇ ਡਿਪੈਂਡ ਕਰਦਾ? ਇਹ ਡਿਪੈਂਡ ਕਰਦਾ ਆ ਇੰਟੈਂਸਿਟੀ ਦੇ ਉੱਪਰ। ਤੁਸੀਂ ਇੰਟੈਂਸਿਟੀ ਕਿੱਦਾਂ ਦੀ ਦੇ ਰਹੇ ਇਹਨੂੰ? ਇੰਟੈਂਸਿਟੀ
सो तुसीं इंटैंसिटी किद्दां दी दे रहे हैं, सो फ्रीकुएंसी के उपर डिपेंड नहीं करता। चौथा पॉइंट की कह रहा, फोर्थ पॉइंट कह रहा कि अगर एक मैटल सरफेस के विचों कोई इलैक्ट्रॉन बाहर निकल रहा तो उसकी कोई ना कोई काइनेटिक एनर्जी होएगी। सो जी काइनेटिक एनर्जी आ वो इंटैंसिटी ते डिपेंड नहीं करता कि किद्दां दी इंटैंसिटी दित्ती सी, उत्ते डिपेंड नहीं करता, डिपेंड करता फ्रीकुएंसी किद्दां दी सी। जे फ्रीकुएंसी ज़्यादा आ तो काइनेटिक एनर्जी ज़्यादा होएगी, जे फ्रीकुएंसी घट आ तो काइनेटिक एनर्जी भी घट होएगी। क्लीयर हो गया जी। इसका मतलब दो तरह के इस चीज़ के दो तरह के ग्राफ बननगे। फोर्थ पॉइंट के बच्चे दो ग्राफ्स होणगे। नंबर 1 की आ, इस तरीके नाल एक्सिस बना लो, ठीक है। सो असी की कीता, इस तरीके ना बना लो पहला, फिर इस तरीके ना, ठीक है। एक टाइम इदा दा आएगा कि सैचुरेशन पॉइंट आ गया। सैचुरेशन पॉइंट मीनस स्ट्रेट लाइन, सैचुरेशन पॉइंट मीनस स्ट्रेट पॉइंट। हुण आ की चीज़ आ, दिस इज सैचुरेशन फोटो करंट। की चीज़ आ, सैचुरेशन फोटो करंट। फोटो करंट मतलब आई, सैचुरेशन मतलब कॉन्सटेंट, इस तो वध हो ही नहीं सकता, या इत्थे आके तुहाडी चीज़ जिहड़ी आ वो स्टॉप हो गई। हुण बच्चे आ की सीगी फ्रीकुएंसी, फ्रीकुएंसी फर्स्ट मैटल दी। हुण मान लो मैं अपने को दो अलग अलग मैटल्स ले लिया, एक आ मैटल आ और एक आ मैटल आ। मान लो इहदी फ्रीकुएंसी कितनी सी 4 इलैक्ट्रॉन वोल्ट और इहदी कितनी सी 6 इलैक्ट्रॉन वोल्ट मान लो, ठीक है। सो जिद्दां ही असी लाइट फॉल करवानी शुरू की, असी की 1 तो 2 3 ना तो इचों इलैक्ट्रॉन निकलने ना इचों, जिद्दां ही 4 4.5 होया इचों इलैक्ट्रॉन्स बाहर निकलने स्टार्ट हो गए। इसदा मतलब एक मैटल स्टार्ट होगी फ्रीकुएंसी फर्स्ट दी, इचों इलैक्ट्रॉन्स बाहर निकलने स्टार्ट हो गए, हले इचों नहीं होए, वो स्टिल 0 पॉइंट ते आ, उचों मैटल्स नहीं निकलिया। जो उचों भी पहले चों भी निकल जाता और दूसरे चों भी निकल जाता तो दोनों की पॉइंट इदां होनी सी। गल क्लीयर होगी राजे कि दोनों के स्टार्टिंग पॉइंट सेम होने सी, पर हले सिर्फ एक चों बाहर निकले आ इलैक्ट्रॉन्स। सो असी 4 वाली पहला बनाती, फिर असी 5 दे दी, फिर भी इचों इलैक्ट्रॉन बाहर निकल रहे, इचों बाहर नहीं निकल रहे। हुण असी देती 6.5, इसका मतलब दोनों चों इलैक्ट्रॉन्स बाहर निकलणगे, 4 चों भी निकलणगे और बी मैटल दे विचों भी, क्योंकि इसकी थ्रैशोल्ड फ्रीकुएंसी तो ज़्यादा हो गया। सो इसका मतलब फ्रीकुएंसी जिहड़ी आ सैकेंड मैटल चों भी निकलनी स्टार्ट हो गई। हुण असी जिहड़ी मैक्सीमम एनर्जी आ, मान लो असी इस जिहड़ी इलैक्ट्रॉन फॉल उपरों करा रहे हैं 8 इलैक्ट्रॉन वोल्ट की एनर्जी देनी स्टार्ट कर दी। हुण ये ओ वाली एनर्जी आ, चाहे तुसी 8 दो 9 दो 10 दो, जिन्नी मर्जी एनर्जी दे दो, जिन्ने मैक्सीमम इलैक्ट्रॉन ये निकल सकते सी वो निकल रहा, इस तो वध हुण नहीं निकल सकते। इसदा मतलब मैक्सीमम निकलने स्टार्ट हो गए, इस तो वध नहीं निकल सकते। सो पॉइंट किहड़ा आ गया, सैचुरेशन पॉइंट। सो उस पॉइंट नूं सैचुरेशन फोटो इलैक्ट्रिक फोटो करंट बोल दिंदे आ। डन। सो उपर वाले पासे की आ बच्चे, करंट, ठीक है। इस एक्सिस से की है थोड़ी करंट और इधर की आ फ्रीकुएंसी। सो इत्थे लिख लो कि जिहड़ी μ2 आ दैट इज ग्रेटर दैन μ1 फ्रीकुएंसी। सो राजे आ चीज़ नूं इस तरीके नाल लिखण दी बजाय इत्थे लिख लो स्टॉपिंग पोटेंशियल, दैट इज V01 V02 एंड V01। एक ही चीज़ आ, दीज आर द स्टॉपिंग पोटेंशियल्स, स्टॉपिंग पोटेंशियल, और म्यू की सी थोड़ी फ्रीकुएंसी। डन। सो बच्चे अगर सम टाइम जिहड़ा आ आही सिर्फ यही पॉइंट जिहड़ा आ वो 2 मार्क्स आ जाता है कला, जिन्हों असी कह दें इफेक्ट ऑफ फ्रीकुएंसी ऑफ इंसीडेंट लाइट ऑन फोटो करंट, सिर्फ इन्नी क आही पॉइंट जिहड़ा 2 मार्क्स आ जाता। दैन तुसी कनक्लूजन लिखना ना भुलना, क्योंकि 2 मार्क्स के विच बच्चे असी कनक्लूजन लिखना जरूरी हुंदा। कनक्लूजन दे विच लिख लेना the value of stopping potential depend upon the frequency। किद्दां दी तुसी फ्रीकुएंसी उपरों सुट रहे हैं, जिहड़ी स्टॉपिंग पोटेंशियल आ उस ते डिपेंड करदी आ। क्लीयर हो गया। then stopping potential is directly proportional to the frequency of incident light। इसदा मतलब stopping potential directly proportional आ frequency of light दे, या फिर तुसी इत्थे साइड ते किते लिख भी सकदे आ कि V0 is directly proportional to frequency, कि stopping potential is directly proportional to frequency।
ਸੋ ਬੱਚੇ ਲਾਸਟ ਕਨਕਲੂਜਨ ਤੁਸੀਂ ਲਿਖ ਸਕਦੇ ਆ ਵੈਲਿਊ ਆਫ ਸੈਚੂਰੇਸ਼ਨ ਕਰੰਟ ਡਜ਼ ਨਾਟ ਡਿਪੈਂਡ ਔਨ ਦ ਫ੍ਰੀਕੁਐਂਸੀ ਆਫ ਇਨਸੀਡੈਂਟ ਰੇਡੀਏਸ਼ਨ। ਜਿਹੜਾ ਸੈਚੂਰੇਸ਼ਨ ਕਰੰਟ ਆ ਉਹ ਡਿਪੈਂਡ ਨਹੀਂ ਕਰਦਾ ਮਿਊ ਦੇ ਉੱਪਰ, ਕਿਉਂਕਿ ਤੁਸੀਂ ਜਿੰਨੀ ਮਰਜ਼ੀ ਵੈਲਿਊ ਉੱਪਰੋਂ ਇਨਕਰੀਜ਼ ਕਰੀ ਜਾਓ 8 9 10, ਕਿਉਂਕਿ ਹੁਣ ਤਾਂ ਸੈਚੂਰੇਸ਼ਨ ਪੁਆਇੰਟ ਆ ਚੁੱਕਾ। ਇਹਦਾ ਮਤਲਬ ਮਿਊ ਦੇ ਉੱਪਰ ਫ੍ਰੀਕੁਐਂਸੀ ਦੇ ਉੱਪਰ ਡਿਪੈਂਡ ਨਹੀਂ ਕਰੇਗਾ। ਵੈਲਿਊ ਆਫ ਸੈਚੂਰੇਸ਼ਨ ਕਰੰਟ ਡਜ਼ ਨਾਟ ਡਿਪੈਂਡ ਅਪਨ ਫ੍ਰੀਕੁਐਂਸੀ ਆਫ ਇਨਸੀਡੈਂਟ ਰੇਡੀਏਸ਼ਨ, ਇਨਸੀਡੈਂਟ ਰੇਡੀਏਸ਼ਨ ਤੇ ਡਿਪੈਂਡ ਨਹੀਂ ਕਰਦਾ। ਸੋ ਬੱਚੇ ਇਸੇ ਦਾ ਹੀ ਸਾਡਾ ਸੈਕੰਡ ਗ੍ਰਾਫ ਆ। ਸਮ ਟਾਈਮ ਉਹ ਵੀ ਜਿਹੜਾ ਆ ਐਗਜ਼ਾਮ ਦੇ ਅੰਦਰ ਪੁੱਛ ਲਿਆ ਜਾਂਦਾ ਆ ਅਲੱਗ ਤੋਂ। ਸੋ ਅਸੀਂ ਇਹਦੇ ਅੰਦਰ ਹੀ ਲਿਖਾਂਗੇ, 4th ਪੁਆਇੰਟ ਦੇ ਅੰਦਰ ਹੀ ਉਹਨੂੰ ਐਕਸਪਲੇਨ ਕਰਾਂਗੇ। ਸੋ ਬੱਚੇ ਗ੍ਰਾਫ ਅੱਛੀ ਤਰੀਕੇ ਨਾਲ ਸਮਝ ਲਓ, ਕਿਉਂਕਿ ਗ੍ਰਾਫ ਨਾਲ ਰਿਲੇਟਡ ਬੱਚੇ 2 ਮਾਰਕਸ ਦੇ ਕੁਐਸਚਨਸ ਕਾਫੀ ਆ ਜਾਂਦੇ ਆ। ਜਦੋਂ ਆਪਾਂ ਰਿਵੀਜ਼ਨ ਕਰਾਂਗੇ ਤਾਂ ਬੱਚੇ ਮੈਂ 2 ਮਾਰਕਸ ਦੇ ਕੁਐਸਚਨਸ ਤੁਹਾਨੂੰ ਅਲੱਗ ਤੋਂ ਪ੍ਰਿਪੇਅਰ ਜ਼ਰੂਰ ਕਰਾਵਾਂਗੀ। ਹੁਣ ਅਸੀਂ ਕੀ ਕੀਤਾ, ਫੋਟੋ ਇਲੈਕਟ੍ਰਿਕ ਇਫੈਕਟ ਕੈਨ ਨਾਟ ਬੀ ਐਕਸਪਲੇਨਡ ਔਨ ਦ ਬੇਸਿਸ ਆਫ ਅ ਵੇਵ ਥਿਊਰੀ ਆਫ ਲਾਈਟ। ਵੇਵ ਥਿਊਰੀ ਆਫ ਲਾਈਟ ਦੇ ਉੱਪਰ ਜਿਹੜਾ ਇਹ ਅਸੀਂ ਇਹਨੂੰ ਐਕਸਪਲੇਨ ਨਹੀਂ ਕਰ ਸਕਦੇ। ਹੁਣ ਅਸੀਂ ਕੀ ਕੀਤਾ, 2 ਮੈਟਲ ਸਰਫੇਸ ਇੱਦਾਂ ਦੀਆਂ ਲਿੱਤੀਆਂ। ਬੱਚੇ ਆ ਜਿਹੜੇ ਮੈਟਲ ਸਰਫੇਸ ਲੈ ਕੇ ਤੁਹਾਨੂੰ ਸਮਝਾ ਰਹੀ ਆ ਨਾ, ਇਹ ਵਾਲੀਆਂ ਡਾਇਗਰਾਮਸ ਤੁਸੀਂ ਬਣਾਉਣੀਆਂ ਨਹੀਂ, ਇਹ ਸਮਝਾਉਣ ਦੇ ਲਈ ਬਣਾ ਰਹੀ ਹਾਂ। ਹੁਣ ਇਹ ਉੱਦਾਂ ਦੀਆਂ ਮੈਟਲਸ ਆ, ਮੰਨ ਲਓ ਇਹ ਵੀ 4 ਇਲੈਕਟ੍ਰੋਨ ਵੋਲਟ ਆ ਵੀ 4 ਇਲੈਕਟ੍ਰੋਨ ਵੋਲਟ ਆ ਥ੍ਰੈਸ਼ਹੋਲਡ ਫ੍ਰੀਕੁਐਂਸੀ। ਅਸੀਂ ਦਿੱਤੀ એનર્ਜੀ 5 ਇਲੈਕਟ੍ਰੋਨ ਵੋਲਟ 5 ਇਲੈਕਟ੍ਰੋਨ ਵੋਲਟ। ਇਹਦਾ ਮਤਲਬ ਦੋਨੋਂ ਮੈਟਲ ਸਰਫੇਸ ਦੇ ਵਿੱਚੋਂ ਇਲੈਕਟ੍ਰੋਨਸ ਕੀ ਹੋਣਗੇ, ਬਾਹਰ ਨਿਕਲਣੇ ਸਟਾਰਟ ਹੋ ਜਾਣਗੇ। ਇਹਦਾ ਮਤਲਬ ਦੋਨੋਂ ਇੱਥੋਂ ਸਟਾਰਟ ਹੋ ਗਏ, ਇਲੈਕਟ੍ਰੋਨ ਬਾਹਰ ਨਿਕਲਣੇ ਸਟਾਰਟ ਹੋ ਗਏ। ਪਰ ਇਹ ਤੋਂ ਫ੍ਰੀ ਇਲੈਕਟ੍ਰੋਨਸ ਘੱਟ ਆ। ਮੰਨ ਲਓ ਇਹ ਤੋਂ ਫ੍ਰੀ ਇਲੈਕਟ੍ਰੋਨ 80 ਆ ਤੇ ਇਹ ਤੋਂ ਫ੍ਰੀ ਇਲੈਕਟ੍ਰੋਨ 160 ਆ, ਜਾਂ ਜਿੰਨੇ ਮਰਜ਼ੀ ਆ। ਸਿਰਫ ਐਗਜ਼ਾਮਪਲ ਦੇ ਰਹੀ ਹਾਂ 80 160 ਵਾਲਾ, ਤਾਂ ਇੱਦਾਂ ਦੀ ਕੋਈ ਸਟੈਂਡਰਡ ਵੈਲਿਊ ਕੁਛ ਨਹੀਂ ਹੁੰਦੀ, ਸਿਰਫ ਐਗਜ਼ਾਮਪਲ ਦੇ ਰਹੀ ਹਾਂ। ਸੋ ਕੀ ਆ ਇਹਦਾ ਮਤਲਬ, ਜਦੋਂ ਅਸੀਂ 5 ਇਲੈਕਟ੍ਰੋਨ ਵੋਲਟ એનર્ਜੀ ਦਿੱਤੀ, ਇਲੈਕਟ੍ਰੋਨਸ ਨਿਕਲਣੇ ਬਾਹਰ ਸ਼ੁਰੂ ਹੋ ਗਏ। ਜਿੱਦਾਂ ਇਲੈਕਟ੍ਰੋਨ ਬਾਹਰ ਜਾ ਰਹੇ ਆ ਤਾਂ ਕੀ ਹੋ ਰਿਹਾ, ਇਹ 'ਚ ਤਾਂ ਸਿਰਫ 80 ਇਲੈਕਟ੍ਰੋਨ ਸੀ। ਸੋ ਇੱਕ ਟਾਈਮ ਇੱਦਾਂ ਦਾ ਆਏਗਾ ਕਿ 80 ਇਲੈਕਟ੍ਰੋਨ ਨਿਕਲਣੇ ਬਾਹਰ ਨਿਕਲਣੇ ਬੰਦ ਹੋ ਜਾਣਗੇ, ਕਿਉਂਕਿ ਸਾਰੇ ਹੀ ਬਾਹਰ ਨਿਕਲ ਗਏ। ਇਹਦੇ ਵਿੱਚ 160 ਆ, ਇਹਦਾ ਮਤਲਬ ਇੱਥੇ ਤਾਂ 80 ਤੇ ਆ ਕੇ ਸੈਚੂਰੇਸ਼ਨ ਪੁਆਇੰਟ ਆ ਗਿਆ, ਇਹਦਾ ਹੱਲੇ ਸੈਚੂਰੇਸ਼ਨ ਪੁਆਇੰਟ ਨਹੀਂ ਆਇਆ। ਕਿਉਂ ਨਹੀਂ ਆਇਆ, ਕਿਉਂਕਿ ਇਹ 'ਚੋਂ ਵਿਚਾਰੇ 'ਚੋਂ ਹੱਲੇ 160 ਸੀ। 90 100 110 120 ਫਿਰ ਜਾ ਕੇ 160 ਤੇ ਆਏਗਾ। ਇਹਦਾ ਮਤਲਬ ਹੁਣ ਗ੍ਰਾਫ ਕਿੱਦਾਂ ਦਾ ਬਣੇਗਾ, ਇਲੈਕਟ੍ਰੋਨਸ ਨਿਕਲਣੇ ਸਟਾਰਟ ਹੋ ਗਏ, ਆ ਗਿਆ A ਪੁਆਇੰਟ ਦਾ, ਇਹ ਆ ਗਿਆ A ਸਰਫੇਸ ਦਾ। ਇਹਦਾ ਮਤਲਬ ਇਹਦੀ ਇੰਟੈਂਸਿਟੀ ਕਿੰਨੀ ਆ, I1। ਦੂਸਰਾ ਕਿੰਨਾ ਆ, ਇਹ 'ਚੋਂ ਵੀ ਇਲੈਕਟ੍ਰੋਨਸ ਨਿਕਲਣੇ ਬਾਹਰ ਸ਼ੁਰੂ ਹੋ ਗਏ। ਸੋ ਕਿਉਂਕਿ ਇਹ ਤੋਂ ਇਲੈਕਟ੍ਰੋਨ ਜ਼ਿਆਦਾ ਸੀ, ਸੋ ਗ੍ਰਾਫ ਇਸ ਤਰੀਕੇ ਦਾ ਬਣੇਗਾ I2, ਕਿਉਂਕਿ ਉਹ ਤੋਂ ਇਲੈਕਟ੍ਰੋਨ ਜ਼ਿਆਦਾ ਸੀ। ਇਹਦਾ ਮਤਲਬ I2 ਜਿਹੜਾ ਆ ਇੰਟੈਂਸਿਟੀ ਇਜ਼ ਗ੍ਰੇਟਰ ਦੈਨ I1। ਕਲੀਅਰ ਹੋ ਗਿਆ। ਹੁਣ ਬੱਚੇ ਆ ਕੀ ਆ, ਆ ਪੁਆਇੰਟ ਕੀ ਆ, ਦਿਸ ਇਜ਼ ਦ ਸਟਾਪਿੰਗ ਪੋਟੈਂਸ਼ੀਅਲ। ਕੀ ਚੀਜ਼ ਆ ਇਹ, ਸਟਾਪਿੰਗ ਪੋਟੈਂਸ਼ੀਅਲ। ਜਿਹੜਾ ਅਸੀਂ ਪਿੱਛੇ ਪੁਆਇੰਟ ਗ੍ਰਾਫ ਕੀਤਾ ਸੀ ਉਹਦੇ ਵਿੱਚ ਸਟਾਪਿੰਗ ਪੋਟੈਂਸ਼ੀਅਲ ਦੋਨਾਂ ਦੇ ਅਲੱਗ-ਅਲੱਗ ਸੀ, ਕਿਉਂਕਿ ਦੋਨਾਂ ਮੈਟਲਸ ਦੀ ਜਿਹੜੀ ਆ ਸਟਾਰਟਿੰਗ ਪੁਆਇੰਟ ਅਲੱਗ-ਅਲੱਗ ਸੀ। ਇਸ ਕੇਸ ਦੇ ਵਿੱਚ ਦੋਨਾਂ ਦੀ ਜਿਹੜੀ ਆ ਸਟਾਰਟਿੰਗ ਪੁਆਇੰਟ ਸੇਮ ਆ, ਸਟਾਪਿੰਗ ਪੋਟੈਂਸ਼ੀਅਲ ਸੇਮ ਆ। ਸੋ ਬਟ ਜਿਹੜੀ ਆ ਇਲੈਕਟ੍ਰੋਨਸ ਨਿਕਲਦੀ ਕਹਿ ਲਓ ਕਰੰਟ ਆ ਉਹ ਅਲੱਗ-ਅਲੱਗ ਆ। ਸੋ ਦਿਸ ਇਜ਼ ਉੱਪਰ ਵਾਲੀ ਸਾਈਡ ਤੇ ਕੀ ਆ ਬੱਚੇ, ਫੋਟੋ ਇਲੈਕਟ੍ਰਿਕ ਕਰੰਟ। ਸੋ ਦਿਸ ਇਜ਼ ਕਰੰਟ, ਔਰ ਇੱਧਰ ਵਾਲੀ ਸਾਈਡ ਤੇ ਕੀ ਆਏਗਾ ਤੁਹਾਡੀ V। ਡਨ। ਪੋਟੈਂਸ਼ੀਅਲ एक्स एक्सिस ਤੇ ਕੀ ਆ ਬੱਚੇ, V ਕੀ ਚੀਜ਼ ਆ, ਪੋਟੈਂਸ਼ੀਅਲ ਆਫ ਕਲੈਕਟਰ ਪਲੇਟ। ਕਲੈਕਟਰ ਪਲੇਟ ਦੇ ਉੱਪਰ ਜਿਹੜੀ ਤੁਹਾਡੀ ਪੋਟੈਂਸ਼ੀਅਲ ਆ। ਸੋ ਤੁਸੀਂ ਇਦਾਂ ਵੀ ਲਿਖ ਸਕਦੇ ਆ ਕਿ ਇੱਧਰ ਕੀ ਆ V ਪੋਜ਼ਿਟਿਵ ਦੇ ਵਿੱਚ ਆ, ਔਰ ਇੱਧਰ ਕੀ ਆ V ਨੈਗੇਟਿਵ ਦੇ ਵਿੱਚ। ਕਲੀਅਰ ਹੋ ਗਿਆ ਜੀ ਬੱਚੇ, ਆ ਚੀਜ਼ ਕਲੀਅਰ ਹੋ ਗਈ। ਸੈਂਟਰ ਪੁਆਇੰਟ ਕੀ ਹੋਏਗਾ, O ਪੁਆਇੰਟ। ਡਨ। ਸੋ ਬੱਚੇ ਆ ਵੀ ਗ੍ਰਾਫ ਜਿਹੜਾ ਹੈ ਤੁਹਾਡੇ ਐਗਜ਼ਾਮ ਦੇ ਅੰਦਰ ਪੁੱਛਿਆ ਜਾ ਸਕਦਾ। ਸੋ ਤੁਸੀਂ ਅਗਰ ਬੱਚੇ ਲਾਜ਼ ਆਫ ਫੋਟੋ ਇਲੈਕਟ੍ਰਿਕ ਐਮਿਸ਼ਨ ਆਉਂਦਾ ਹੈ ਤਾਂ ਤੁਸੀਂ 4 ਦੇ 4 ਜਿਹੜੇ ਪੁਆਇੰਟਸ ਲਿਖ ਕੇ ਆਉਂਗੇ, ਪਲਾਟ ਜਿਹੜਾ ਗ੍ਰਾਫ ਪਲਾਟ ਕਰਕੇ ਆਉਂਗੇ। ਗ੍ਰਾਫ ਪਲਾਟ ਕਰਕੇ ਆਉਂਗੇ ਤਾਂ ਬੱਚੇ ਇਹ ਕਹਿ ਸਕਦੇ ਆ ਵੀ ਐਗਜ਼ਾਮੀਨਰ ਦੇ ਉੱਪਰ ਜਿਹੜਾ ਤੁਹਾਡੇ ਲਿਖਣ ਦਾ ਤਰੀਕਾ ਆ, ਐਕਸਪ੍ਰੈਸ਼ਨ ਦਾ ਜੋ ਵੀ ਆ, ਤਾਂ ਉਹ ਗੁੱਡ ਇੰਪ੍ਰੈਸ਼ਨ ਪੈਂਦਾ ਆ। ਗੁੱਡ ਇੰਪ੍ਰੈਸ਼ਨ ਹੋਏਗਾ ਤਾਂ ਬੱਚੇ ਬਾਕੀ ਕੁਐਸਚਨਸ 'ਤੇ ਵੀ ਕਹਿ ਲਓ ਇਫੈਕਟ ਪੈਂਦਾ ਹੀ ਪੈਂਦਾ ਆ। ਸਾਰਾ ਪੇਪਰ ਬਹੁਤ ਅੱਛੇ ਤਰੀਕੇ ਨਾਲ ਅਟੈਂਪਟ ਕੀਤਾ ਹੋਏਗਾ ਤਾਂ ਮਾਰਕਸ ਬਹੁਤ ਅੱਛੇ ਆਉਣਗੇ। ਇਸ ਕਰਕੇ ਟਰਾਈ ਕਰੋ ਕਿ ਫਿਜ਼ਿਕਸ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਗ੍ਰਾਫ ਪਲਾਟ ਕਰ ਸਕਦੇ ਆ, ਤੁਸੀਂ ਡਾਇਗਰਾਮ ਪਲਾਟ ਕਰ ਸਕਦੇ ਆ, ਤਾਂ ਡਾਇਗਰਾਮਸ ਪਲਾਟ ਜ਼ਰੂਰ ਕਰਕੇ ਆਓ। ਸੋ ਆਈ ਹੋਪ ਤੁਹਾਨੂੰ ਆਹ ਟੌਪਿਕ ਕਾਫੀ ਇੰਟਰਸਟਿੰਗ ਲੱਗਿਆ ਹੋਏਗਾ।
ਜੇ ਬੱਚੇ ਟੌਪਿਕ ਇੰਟਰਸਟਿੰਗ ਲੱਗਿਆ ਤਾਂ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰ ਜਾਣਾ, ਮੈਕਸਿਮਮ ਸ਼ੇਅਰ ਕਰ ਜਾਣਾ। ਅਗਰ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਥੈਂਕ ਯੂ ਸੋ ਮਚ।